ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਅੱਜ ਆਪਾਂ ਪੀਐਸ ਟੈਟ ਜਿਹੜਾ 19 ਜਨਵਰੀ ਨੂੰ ਪੇਪਰ ਹੋਇਆ ਸੀਗਾ 2021 ਦੇ ਵਿੱਚ, ਉਸਦਾ ਆਪਾਂ ਸੀਡੀਪੀ ਸੈਕਸ਼ਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਐਂਡ ਹੌਲੀ ਹੌਲੀ ਜਿਹੜੇ ਹੈਗੇ ਨੇ ਆਪਾਂ ਸਾਰੇ ਪ੍ਰੀਵੀਅਸ ਪੇਪਰਸ ਨੂੰ ਡਿਸਕਸ ਕਰਦੇ ਜਾਵਾਂਗੇ। ਲਾਈਕ ਹੁਣ ਜਿਹੜਾ ਲੇਟੈਸਟ ਹੋਇਆ ਹੈਗਾ ਉਸ ਨੂੰ ਵੀ ਡਿਸਕਸ ਕਰਾਂਗੇ। ਐਂਡ ਜੋ ਪਿੱਛੇ ਹੋ ਚੁੱਕੇ ਨੇ 2017 ਦਾ, 16 ਦਾ, 15 ਦਾ, 13 ਦਾ, 11 ਦਾ, ਉਹਨਾਂ ਸਾਰਿਆਂ ਨੂੰ ਹੀ ਅੱਜ ਜਿਹੜਾ ਹੈਗਾ ਆਪਾਂ ਡਿਸਕਸ ਕਰਾਂਗੇ। ਤੁਸੀਂ ਚੈਨਲ ਦੇ ਨਾਲ ਜੁੜ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰਿਓ, ਠੀਕ ਹੈ ਜੀ। ਸੋ ਆਪਣੇ ਕੋਲ ਫਸਟ ਕੁਐਸਚਨ ਹੈਗਾ, ਯਾਦ ਕਰਨ, ਸਮੱਸਿਆ ਦਾ ਹੱਲ ਕਰਨ ਅਤੇ ਨਿਰਮਾਣ ਨੂੰ ਸ਼ਾਮਿਲ ਕਰਕੇ ਅਧਿਐਨ ਦਾ ਖੇਤਰ ਚਿੰਤਨ ਪ੍ਰਕਿਰਿਆਵਾਂ ਦੇ ਨਿਰਮਾਣ ਨਾਲ ਸੰਬੰਧਿਤ ਹੈ, ਇਹਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਐਸਚਨ ਦੀ ਲੈਂਗੁਏਜ ਸਮਝਾ ਲੈਂਦੀ ਹਾਂ। ਬੇਸਿਕਲੀ ਕੁਐਸਚਨ ਆਪਾਂ ਨੂੰ ਕਹਿਣਾ ਕੀ ਚਾਹ ਰਿਹਾ, ਕਹਿੰਦੇ ਨੇ ਵੀ ਇਹਨਾਂ ਦੇ ਵਿੱਚੋਂ, ਠੀਕ ਹੈ ਜੀ, ਆਪਸ਼ਨਸ ਦੇ ਵਿੱਚੋਂ ਕਿਹੜੀ ਚੀਜ਼ ਹੈਗੀ ਹੈ ਜਿਸ ਦੇ ਵਿੱਚ ਚਿੰਤਨ ਪ੍ਰਕਿਰਿਆਵਾਂ ਯਾਨੀ ਕਿ ਆਪਣਾ ਥਾਟ ਪ੍ਰੋਸੈਸਿਸ ਯਾਨੀ ਕਿ ਥਿੰਕਿੰਗ ਇਨਵੋਲਵ ਹੁੰਦੇ ਇਨ ਥਿੰਕਿੰਗ, ਪ੍ਰੋਬਲਮ ਸੋਲਵਿੰਗ, ਡਿਸੀਜ਼ਨ ਮੇਕਿੰਗ ਜਾਂ ਫਿਰ ਕੁਝ ਰਿਮੈਂਬਰ ਕਰਨਾ। ਸੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਕਿ ਇਸ ਚੀਜ਼ ਨਾਲ ਸੰਬੰਧਿਤ ਨੇ ਆਪਣੇ ਬੌਧਿਕ ਵਿਕਾਸ ਦੇ ਨਾਲ। ਇਹ ਹੈਗੇ ਆਪਣੇ ਬੌਧਿਕ ਵਿਕਾਸ ਦੇ ਨਾਲ ਸੰਬੰਧਿਤ, ਦੈਟ ਇਜ਼ ਕੋਗਨੀਟਿਵ ਡਿਵੈਲਪਮੈਂਟ। ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਆਪਣੇ ਥਿੰਕਿੰਗ, ਪ੍ਰੋਬਲਮ ਸੋਲਵਿੰਗ, ਸਕਿੱਲਸ, ਡਿਸੀਜ਼ਨ ਮੇਕਿੰਗ, ਰਿਮੈਂਬਰਿੰਗ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਸੋ ਰਾਈਟ ਆਪਸ਼ਨ ਹੋ ਜਾਏਗੀ ਬੌਧਿਕ ਵਿਕਾਸ। ਸੈਕਿੰਡ ਕੁਐਸਚਨ ਹੈਗਾ, ਇੱਕ ਵਿਸ਼ੇਸ਼ ਯੋਗਤਾ ਜ਼ਿਆਦਾਤਰ ਵਿੱਚ ਵਰਤੀ ਜਾਂਦੀ ਹੈ, ਇਹ ਡੈਸ਼ ਬਣ ਜਾਂਦੀ ਹੈ। ਕੋਈ ਵੀ ਵਿਸ਼ੇਸ਼ ਯੋਗਤਾ, ਕੋਈ ਵੀ ਸਪੈਸ਼ਲ ਐਬਿਲਿਟੀ ਹੈਗੀ ਹੈ ਜਾਂ ਫਿਰ ਕੋਈ ਸਕਿੱਲ ਹੈ, ਉਸਨੂੰ ਜਿੰਨਾ ਜ਼ਿਆਦਾ ਆਪਾਂ ਵਰਤਦੇ ਹਾਂ, ਲਾਈਕ ਟੀਚਿੰਗ ਇੱਕ ਪ੍ਰੋਫੈਸ਼ਨ, ਜਿੰਨਾ ਜ਼ਿਆਦਾ ਉਸਨੂੰ ਆਪਾਂ ਯੂਜ਼ ਕਰਦੇ ਹਾਂ ਉਨੀ ਹੀ ਜ਼ਿਆਦਾ ਉਹ ਸਟਰੋਂਗ ਬਣਦੀ ਹੈ, ਰਾਈਟ। ਸੋ ਉਨੀ ਹੀ ਜ਼ਿਆਦਾ ਉਹ ਕੀ ਬਣਦੀ, ਸਟਰੋਂਗ ਬਣੇਗੀ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਜ਼ਿਆਦਾ ਤਾਕਤਵਰ, ਠੀਕ ਹੈ ਜੀ। ਆਪਸ਼ਨ ਨੰਬਰ ਬੀ ਜਿਹੜੀ ਹੈਗੀ ਬਿਲਕੁਲ ਰਾਈਟ ਹੋ ਜਾਏਗੀ, ਕਿਉਂਕਿ ਇੱਕ ਵਿਸ਼ੇਸ਼ ਯੋਗਤਾ, ਕੋਈ ਵੀ ਸਪੈਸ਼ਲ ਐਬਿਲਿਟੀ ਹੈਗੀ, ਜਿੰਨਾ ਜ਼ਿਆਦਾ ਉਸਨੂੰ ਆਪਾਂ ਵਰਤਦੇ ਹਾਂ ਉਨੀ ਜ਼ਿਆਦਾ ਸਟਰੋਂਗ ਬਣ ਜਾਂਦੀ ਹੈ। ਅਤੇ ਇਸ ਕਰਕੇ ਬਹੁਤ ਈਜ਼ੀ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਬੌਧਿਕ ਵਿਕਾਸ ਨਾਲ ਜਿਹੜਾ ਹੈਗਾ ਕੋਗਨੀਟਿਵ ਡਿਵੈਲਪਮੈਂਟ ਨਾਲ ਰਿਲੇਟਡ ਇੱਕ ਮੋਸਟ ਇੰਪੋਰਟੈਂਟ ਥਿਊਰੀ ਹੈਗੀ ਹੈ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਠੀਕ ਹੈ ਜੀ। ਉਸਨੇ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਲੈਣਾ ਹੈਗਾ ਹੈ, ਪਿਆਜੇ ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਕਿਉਂਕਿ ਥਰਡ ਕੁਐਸਚਨ ਵੀ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੇ ਨਾਲ ਹੀ ਰਿਲੇਟਡ ਹੈ। ਸੌਰੀ, ਪਿਆਜੇ ਨੇ ਬੇਸਿਕਲੀ ਆਪਣੇ ਕੋਲ 4 ਸਟੇਜਸ ਦਿੱਤੀਆਂ ਨੇ, ਠੀਕ ਹੈ ਜੀ। ਫਸਟ ਸਟੇਜ ਆਪਣੀ ਹੈਗੀ ਹੈ ਸੰਵੇਦੀ ਗਤਿਆਤਮਕ, ਸੈਕਿੰਡ ਸਟੇਜ ਹੈਗੀ ਹੈ ਪੂਰਵ ਕਿਰਿਆ ਪ੍ਰਣਾਲੀ, ਥਰਡ ਸਟੇਜ ਉਹਨਾਂ ਨੇ ਦਿੱਤੀ ਹੈਗੀ ਆ ਸਥੂਲ ਕਿਰਿਆ ਪ੍ਰਣਾਲੀ, ਅਤੇ ਫੋਰਥ ਆਪਣੇ ਕੋਲ ਸਟੇਜ ਹੈਗੀ ਹੈ ਰਸਮੀ ਕਿਰਿਆ ਪ੍ਰਣਾਲੀ, ਠੀਕ ਹੈ ਜੀ। ਇਹ ਜਿਹੜੀਆਂ 4 ਸਟੇਜਸ ਨੇ, ਇਹਨਾਂ ਦੇ ਬਾਰੇ ਜਿਹੜਾ ਹੈਗਾ ਹੈ ਪਿਆਜੇ ਨੇ ਆਪਣੀ ਥਿਊਰੀ ਦੇ ਵਿੱਚ ਗੱਲ ਕੀਤੀ ਹੋਈ ਹੈ। ਇਸ ਨੂੰ ਤੁਸੀਂ ਕਾਫੀ ਡਿਟੇਲ ਦੇ ਵਿੱਚ ਪੜ੍ਹਨਾ, ਕਿਉਂਕਿ ਇਹ ਮੋਸਟ ਇੰਪੋਰਟੈਂਟ ਹੈ। ਇਸ ਨਾਲ ਰਿਲੇਟਡ ਕਾਫੀ ਕੁਐਸਚਨ ਜਿਹੜੇ ਨੇ ਹਰ ਸਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਠੀਕ ਹੈ ਜੀ। ਸੋ ਪਿਆਜੇ ਦੀ ਥਿਊਰੀ ਨੂੰ ਜ਼ਰੂਰ ਪੜ੍ਹਨਾ, ਆਪਾਂ ਚੈਨਲ 'ਤੇ ਵੀ ਕਰਵਾ ਦਾਂਗੇ। ਸੋ ਹੁਣ ਆਪਾਂ ਰਾਈਟ ਆਨਸਰ ਕੁਐਸਚਨ ਵੱਲ ਵਧਦੇ ਹਾਂ। ਕੁਐਸਚਨ ਕੀ ਕਹਿਣਾ ਚਾਹ ਰਿਹਾ ਉਸ ਨੂੰ ਪਹਿਲੇ ਸਮਝਦੇ ਹਾਂ। ਬੱਚੇ ਡੈਸ਼ ਅਤੇ ਡੈਸ਼ ਅਵਸਥਾਵਾਂ ਦੌਰਾਨ ਆਮ ਤੌਰ 'ਤੇ ਹਉਮੈ ਕੇਂਦਰਿਤ ਹੁੰਦੇ ਹਨ। ਹਉਮੈ ਕੇਂਦਰਿਤ ਮਤਲਬ ਈਗੋ ਸੈਂਟਰਿਕ। ਹਿਊਮਨ ਕੇਂਦਰਿਤ ਈਗੋ ਸੈਂਟਰਿਕ ਕੀ ਹੁੰਦਾ ਹੈ? ਈਗੋ ਸੈਂਟਰਿਕ ਇਸ ਸਟੇਜ ਦੇ ਵਿੱਚ ਬੱਚੇ ਨੂੰ ਇਸ ਤਰੀਕੇ ਦੇ ਨਾਲ ਲੱਗਦਾ ਹੈ ਵੀ ਜੋ ਵੀ ਆਲੇ ਦੁਆਲੇ ਹੋ ਰਿਹਾ, ਠੀਕ ਹੈ ਜੀ, ਉਹ ਸਿਰਫ ਉਹਨਾਂ ਦੇ ਲਈ ਹੋ ਰਿਹਾ। ਸਾਰੇ ਲੋਕ ਜਿਹੜੇ ਨੇ, ਸਾਰੇ ਆਲੇ ਦੁਆਲਾ ਜਿਹੜਾ ਹੈਗਾ, ਸਾਰੇ ਉਸਨੂੰ ਓਬਜ਼ਰਵ ਕਰ ਰਹੇ ਨੇ, ਠੀਕ ਹੈ ਜੀ। ਜੋ ਕੁਝ ਵੀ ਹੋ ਰਿਹਾ ਉਹਨਾਂ ਕਰਕੇ ਹੋ ਰਿਹਾ, ਅਤੇ ਬੱਚੇ ਜਿਹੜੇ ਨੇ ਆਪਣੇ ਆਪ ਦੇ ਵਿੱਚ ਹੀ ਖੁੱਬੇ ਰਹਿੰਦੇ ਨੇ, ਠੀਕ ਹੈ ਜੀ। ਇੱਕ ਟॉयਜ਼ ਨਾਲ ਹੀ ਖੇਡਣਾ ਪਸੰਦ ਕਰਦੇ ਨੇ, ਜਾਂ ਫਿਰ ਆਪਣੇ ਫਰੈਂਡ ਸਰਕਲ ਦੇ ਨਾਲ ਸਿਰਫ ਆਪਣੇ ਅੰਦਰ ਰਹਿੰਦੇ ਨੇ, ਠੀਕ ਹੈ ਜੀ। ਕਿਸੇ ਦੇ ਬਾਰੇ ਨਹੀਂ ਸੋਚਦੇ ਹੈਗੇ, ਸਿਰਫ ਆਪਣੇ ਉੱਤੇ ਹੀ ਧਿਆਨ ਦਿੰਦੇ ਨੇ। ਈਗੋ ਸੈਂਟਰਿਕ ਹੁੰਦੇ ਨੇ, ਹਿਊਮਨ ਕੇਂਦਰਿਤ ਆਪਣੇ ਦੇ ਉੱਪਰ ਹੀ ਕੇਂਦਰਿਤ ਹੁੰਦੇ ਨੇ, ਠੀਕ ਹੈ, ਖੁਦ ਦੇ ਉੱਤੇ। ਸੋ ਕਿਹੜੀ ਸਟੇਜ ਦੇ ਵਿੱਚ ਹੁੰਦਾ? ਸੋ ਇਹ ਆਪਣੇ ਕੋਲ ਰਾਈਟ ਆਨਸਰ ਹੈਗਾ ਸੰਵੇਦੀ ਗਤਿਆਤਮਕ ਅਤੇ ਪੂਰਵ ਕਿਰਿਆਕਾਲੀ, ਯਾਨੀ ਕਿ ਸੈਂਸਰੀ ਮੋਟਰ ਸਟੇਜ ਅਤੇ ਪ੍ਰੀ ਆਪਰੇਸ਼ਨਲ ਸਟੇਜ। ਇਹ ਦੋ ਐਸੀ ਸਟੇਜਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਉਹ ਹਉਮੈ ਕੇਂਦਰਿਤ ਹੁੰਦੇ ਨੇ, ਠੀਕ ਹੈ ਜੀ। ਇਹਨਾਂ ਸਟੇਜਸ ਤੋਂ ਨਿਕਲਣ ਤੋਂ ਬਾਅਦ ਬੱਚੇ ਜਿਹੜੇ ਨੇ ਉਹ ਦੁਬਾਰਾ ਜਿਹੜਾ ਹੈਗਾ ਆਪਣੀ ਲਾਈਫ ਦੇ ਵਿੱਚ ਆ ਜਾਂਦੇ ਨੇ, ਅਤੇ ਉਹਨਾਂ ਨੂੰ ਜਿਹੜੀ ਹੋਸ਼ ਆਉਣੀਆਂ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਜੀ। ਆਪਣੇ ਨਾਲ ਵਾਲੇ ਬੱਚਿਆਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਨੇ, ਅਤੇ ਪੇਰੈਂਟਸ ਦੇ ਨਾਲ ਵੀ ਘੁਲਣਾ ਮਿਲਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ। ਫੋਰਥ ਆਪਸ਼ਨ ਹੈਗਾ ਵਿਦਿਆਰਥੀਆਂ ਦਾ ਕਿਹੜਾ ਵਰਗ ਅਸਧਾਰਨ ਸ਼੍ਰੇਣੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਅਸਧਾਰਨ ਸ਼੍ਰੇਣੀ ਬੱਚਿਆਂ ਦੀ ਉਹ ਹੈਗੀ ਹੈ ਜਿਸ ਦੇ ਵਿੱਚ ਜੋ ਬੱਚੇ ਹੈਗੇ ਨੇ ਉਹ ਨੋਰਮਲ ਚਾਈਲਡ ਤੋਂ ਬਿਲਕੁਲ ਡਿਫਰੈਂਟ ਹੁੰਦੇ ਨੇ, ਠੀਕ ਹੈ ਜੀ। ਕੁਝ ਬੱਚੇ ਹੁੰਦੇ ਨੇ ਸਲੋ ਹੁੰਦੇ ਨੇ, ਬਹੁਤ ਹੀ ਸਲੋ ਸਪੀਡ ਦੇ ਨਾਲ ਸਿੱਖਦੇ ਨੇ, ਜਿਹਨਾਂ ਨੂੰ ਆਪਾਂ ਸੁਸਤ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਕੁਝ ਬੱਚੇ ਹੁੰਦੇ ਨੇ ਦਿਮਾਗੀ ਤੌਰ 'ਤੇ ਘੱਟ ਵਿਕਸਿਤ ਹੁੰਦੇ ਨੇ, ਦਿਮਾਗ ਇੰਨਾ ਵਿਕਸਿਤ ਨਹੀਂ ਹੋਇਆ ਹੁੰਦਾ ਵੀ ਉਹ ਕੁਝ ਸਿੱਖ ਸਕਣ, ਜਾਂ ਫਿਰ ਕੁਝ ਗਿਫਟਡ ਚਾਈਲਡ ਵੀ ਹੁੰਦੇ ਨੇ, ਗੁਣਵਾਨ ਬੱਚੇ ਜਿਹੜੇ ਬਹੁਤ ਹੀ ਜ਼ਿਆਦਾ ਜਲਦੀ ਸਿੱਖਦੇ ਨੇ, ਠੀਕ ਹੈ ਜੀ। ਬਹੁਤ ਜ਼ਿਆਦਾ ਫਾਸਟ ਹੁੰਦੇ ਨੇ ਉਹ ਬੱਚੇ ਸਿੱਖਣ ਦੇ ਵਿੱਚ। ਸੋ ਅਸਧਾਰਨ ਬੱਚੇ ਉਹ ਹੋ ਗਏ ਜਿਹੜੇ ਨਾਰਮਲ ਚਾਈਲਡ ਤੋਂ ਜਿਹੜੇ ਬਿਲਕੁਲ ਡਿਫਰੈਂਟ ਹੁੰਦੇ ਨੇ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਸਧਾਰਨ, ਠੀਕ ਹੈ ਜੀ। ਵਿਦਿਆਰਥੀਆਂ ਦਾ ਸਧਾਰਨ ਵਰਗ ਹੈਗਾ ਅਸਧਾਰਨ ਸ਼੍ਰੇਣੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਬਾਕੀ ਸਾਰੇ ਹੀ ਜਿਹੜੀ ਅਸਧਾਰਨ ਸ਼੍ਰੇਣੀ ਹੈਗੀ ਉਸ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਸੁਸਤ ਹੋ ਗਏ, ਦਿਮਾਗੀ ਤੌਰ 'ਤੇ ਘੱਟ ਵਿਕਸਿਤ ਹੋ ਗਏ, ਗੁਣਵਾਨ ਹੋ ਗਏ, ਠੀਕ ਹੈ ਜੀ। ਸੌਰੀ। ਨੈਕਸਟ ਫਿਫਥ ਕੁਐਸਚਨ ਹੈਗਾ, ਤੁਸੀਂ ਆਪਣੇ ਦਿਮਾਗ ਦੇ ਜਿੰਨੇ ਜ਼ਿਆਦਾ ਭਾਗ ਵਰਤਦੇ ਹੋ ਉਨੀ ਹੀ ਜ਼ਿਆਦਾ ਸੂਚਨਾ ਡੈਸ਼ ਕਰਦੇ ਹੋ। ਸੋ ਕਿਹਾ ਜਾਂਦਾ ਵੀ ਦਿਮਾਗ ਨੂੰ ਜਿੰਨਾ ਜ਼ਿਆਦਾ ਤੁਸੀਂ ਯੂਜ਼ ਕਰੋਗੇ ਉਨਾ ਹੀ ਜ਼ਿਆਦਾ ਉਹ ਕੰਮ ਕਰੇਗਾ, ਠੀਕ ਹੈ ਜੀ। ਅਗਰ ਉਸ ਦਿਮਾਗ ਨੂੰ ਯੂਜ਼ ਹੀ ਨਹੀਂ ਕਰਨਾ ਤਾਂ ਉਸਨੂੰ ਜੰਗ ਲੱਗ ਜਾਏਗੀ, ਠੀਕ ਹੈ ਜੀ। ਇਸ ਤਰ੍ਹਾਂ ਕਿਹਾ ਜਾਂਦਾ ਹੈ।
ਸੋ ਆਪਣਾ ਰਾਈਟ ਆਪਸ਼ਨ ਹੈਗੀ ਹੈ ਯਾਦ ਰੱਖਣਾ। ਤੁਸੀਂ ਆਪਣੇ ਦਿਮਾਗ ਦੇ ਜਿੰਨੇ ਜ਼ਿਆਦਾ ਭਾਗ ਵਰਤਦੇ ਹੋ ਉਨੀ ਹੀ ਜ਼ਿਆਦਾ ਸੂਚਨਾ ਜਿਹੜੀ ਹੈ ਯਾਦ ਰੱਖ ਸਕਦੇ ਹੋ। 6ਵਾਂ ਕੁਐਸਚਨ ਹੈਗਾ ਅਸੀਂ ਇੱਕ ਵਿਦਿਆਰਥੀ ਦੇ ਔਸਤ ਅੰਕਾਂ ਦਾ ਹਿਸਾਬ ਲਾਉਂਦੇ ਹਾਂ। ਜਿਸ ਤਰੀਕੇ ਨਾਲ ਅਸੀਂ ਹਿਸਾਬ ਲਾਉਂਦੇ ਹਾਂ ਉਹ ਤਰੀਕਾ ਦੱਸਣਾ ਕਿਹੜਾ ਹੈ। ਵਿਭਿੰਨਤਾ, ਰੇਖਾ ਗਣਿਤੀ ਔਸਤ ਜਾਂ ਫਿਰ ਪਰਿਮਾਪ ਵਿਚਲਨ। ਸੋ ਅਸੀਂ ਵਿਦਿਆਰਥੀ ਦੇ ਔਸਤ ਅੰਕਾਂ ਦਾ ਹਿਸਾਬ ਲਾਉਂਦੇ ਹਾਂ ਐਵਰੇਜ ਮੀਨ ਦੇ ਫਾਰਮੂਲੇ ਦੇ ਨਾਲ, ਠੀਕ ਹੈ ਜੀ। 7ਵਾਂ ਕੁਐਸਚਨ ਹੈਗਾ ਖੇਡ ਉਮਰ ਸੰਬੰਧਿਤ ਹੈ, ਯਾਨੀ ਕਿ ਟॉय ਏਜ ਕਿਸ ਦੇ ਨਾਲ ਸੰਬੰਧਿਤ ਹੈਗੀ ਹੈ। ਮੁੱਢਲਾ ਬਚਪਨ, ਬਾਲ ਅਵਸਥਾ, ਉੱਤਰ ਬਚਪਨ ਜਾਂ ਫਿਰ ਇਹ ਸਾਰੇ ਹੀ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਮੁੱਢਲਾ ਬਚਪਨ। ਮੁੱਢਲਾ ਬਚਪਨ ਯਾਨੀ ਕਿ अर्ਲੀ ਚਾਈਲਡਹੁੱਡ ਦੀ ਜਿਹੜੀ ਸਟੇਜ ਹੈਗੀ ਹੈ 2 ਤੋਂ 7 ਸਾਲ ਦੇ ਵਿੱਚ ਹੁੰਦੀ ਹੈ ਇਹ ਸਟੇਜ। ਇਸ ਸਟੇਜ ਦੇ ਵਿੱਚ ਜਿਹੜੇ ਬੱਚੇ ਨੇ ਉਹ ਟॉयਜ਼ ਦੇ ਨਾਲ ਖੇਡਣਾ ਪਸੰਦ ਕਰਦੇ ਨੇ, ਠੀਕ ਹੈ ਜੀ। ਖੇਡ ਉਮਰ ਇਸ ਨੂੰ ਕਿਹਾ ਜਾਂਦਾ ਹੈ। ਨੈਕਸਟ ਆਪਾਂ ਪੜ੍ਹਦੇ ਹਾਂ 8th ਕੁਐਸਚਨ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਇੱਕ ਪ੍ਰਕਿਰਿਆ ਦੇ ਤੌਰ ਤੇ ਪ੍ਰੇਰਨਾ ਲਈ ਢੁਕਵਾਂ ਨਹੀਂ ਹੈ। ਯਾਨੀ ਕਿ ਮੋਟੀਵੇਸ਼ਨ ਦੇ ਲਈ ਢੁਕਵਾਂ ਜਿਹੜੀ ਲਾਈਨ ਹੈਗੀ ਉਹ ਨਹੀਂ ਹੈਗੀ। ਮੋਟੀਵੇਸ਼ਨ ਬੇਸਿਕਲੀ ਕੀ ਹੁੰਦਾ ਹੈ, ਜਦੋਂ ਆਪਾਂ ਮੋਟੀਵੇਟਡ ਹੁੰਦੇ ਹਾਂ ਤਾਂ ਆਪਾਂ ਆਪਣੇ ਗੋਲ ਦੀ ਤਰਫ ਜਿਹੜੀ ਆ ਵੱਧਦੇ ਜਾਂਦੇ ਹਾਂ, ਹੈ ਨਾ। ਆਪਣੀ ਬਾਇਓਲੋਜੀਕਲ ਨੀਡਸ ਸੈਟਿਸਫਾਈ ਹੁੰਦੇ ਨੇ, ਆਪਣਾ ਜੋ ਐਂਬੀਸ਼ਨ ਹੁੰਦਾ ਹੈ ਯਾਨੀ ਕਿ ਉਸ ਦੀ ਤਰਫ ਜਿਹੜਾ ਹੈਗਾ ਆਪਾਂ ਵੱਧਦੇ ਚਲੇ ਜਾਂਦੇ ਹਾਂ। ਸੋ ਆਪਸ਼ਨਸ ਨੂੰ ਰੀਡ ਕਰਦੇ ਹਾਂ। ਇਹ ਇੱਕ ਟੀਚੇ ਪ੍ਰਤੀ ਇੱਕ ਵਿਅਕਤੀ ਦੇ ਚੱਲਣ ਦਾ ਕਾਰਨ ਬਣਦਾ ਹੈ। ਬਿਲਕੁਲ ਸਹੀ ਹੈ, ਬਿਕੋਜ਼ ਮੋਟੀਵੇਸ਼ਨ ਦੇ ਨਾਲ ਕੀ ਹੁੰਦਾ, ਜੋ ਵੀ ਅਸੀਂ ਟੀਚਾ ਮਿੱਥਿਆ ਹੁੰਦਾ, ਜੋ ਵੀ ਅਸੀਂ ਕਰਨਾ ਚਾਹੁੰਦੇ, ਜੋ ਵੀ ਸਾਡਾ ਗੋਲ ਹੁੰਦਾ ਉਸ ਦੇ ਪ੍ਰਤੀ ਜਿਹੜਾ ਅਸੀਂ ਵੱਧਦੇ ਚਲੇ ਜਾਂਦੇ ਹਾਂ। ਸੈਕਿੰਡ ਹੈਗਾ ਵਿਅਕਤੀ ਦੀ ਜੀਵ ਵਿਗਿਆਨਕ ਲੋੜਾਂ ਨੂੰ ਸੰਤੁਸ਼ਟ ਕਰਦਾ ਹੈ, ਯਾਨੀ ਕਿ ਜੋ ਸਾਡੀ ਬਾਇਓਲੋਜੀਕਲ ਨੀਡਸ ਨੇ ਉਹਨਾਂ ਨੂੰ ਵੀ ਸੰਤੁਸ਼ਟ ਕਰਦਾ ਹੈਗਾ ਇਹ ਮੋਟੀਵੇਸ਼ਨ, ਠੀਕ ਹੈ ਜੀ। ਇਹ ਇੱਕ ਮਨੋਵਿਗਿਆਨਕ ਲਾਲਸਾ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ, ਵੀ ਬਿਲਕੁਲ ਠੀਕ ਹੈ। ਸਾਡੇ ਜੋ ਸਾਈਕੋਲੋਜੀਕਲ ਐਂਬੀਸ਼ਨ ਨੇ ਉਸ ਨੂੰ ਵੀ ਜਿਹੜਾ ਹੈਗਾ ਹੈ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। 4th ਆਪਸ਼ਨ ਹੈਗੀ ਹੈ ਇਹ ਅਣਸੁਖਾਵੀ ਸਥਿਤੀ ਨੂੰ ਦੂਰ ਕਰਦਾ ਹੈ। ਸੋ ਇਹ ਆਪਣੇ ਕੋਲ ਰਾਈਟ ਆਪਸ਼ਨ ਤਾਂ ਹੀ ਹੈਗੀ ਵੀ ਇਹ ਅਣਸੁਖਾਵੀ ਸਥਿਤੀ ਨੂੰ ਦੂਰ ਕਰਦਾ ਹੈ। ਸੋ ਇਹ ਇੱਕ ਪ੍ਰੇਰਨਾ ਦਾ ਜਿਹੜਾ ਕਾਰਨ ਨਹੀਂ ਹੈਗਾ, ਇਹ ਆਪਣੀ ਰਾਈਟ ਆਪਸ਼ਨ ਹੋ ਜਾਏਗੀ। 9th ਕੁਐਸਚਨ ਹੈਗਾ ਇੱਕ ਬੱਚਾ ਆਪਣੇ ਖੱਬੇ ਹੱਥ ਨਾਲ ਲਿਖਦਾ ਹੈ, ਇਸ ਨਾਲ ਕੰਮ ਕਰਨ ਵਿੱਚ ਆਰਾਮਦਾਇਕ ਹੈ। ਇੱਕ ਬੱਚਾ ਹੈਗਾ ਖੱਬੇ ਹੱਥ ਦੇ ਨਾਲ ਲਿਖਦਾ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਉਸ ਨੂੰ ਨਿਰਉਤਸ਼ਾਹਿਤ ਕਰਨਾ ਚਾਹੀਦਾ ਜਾਂ ਫਿਰ ਉਸ ਨੂੰ ਕਹਿਣਾ ਚਾਹੀਦਾ ਨਹੀਂ ਤੂੰ ਸੱਚੇ ਹੱਥ ਨਾਲ ਲਿਖ, ਠੀਕ ਹੈ ਜੀ। ਜਾਂ ਫਿਰ ਮੇਡ ਟੂ ਰਾਈਟ ਵਿਦ ਲੈਫਟ ਹੈਂਡ, ਕਿ ਖੱਬੇ ਹੱਥ ਨਾਲ ਲਿਖਣ ਲਈ ਕਹਿਣਾ ਚਾਹੀਦਾ ਹੈ। ਜਾਂ ਫਿਰ ਉਸਦੀ ਤਰਜੀਹ ਨੂੰ ਸਹਿਮਤੀ ਦੇਣੀ ਚਾਹੀਦੀ ਹੈ, ਜਾਂ ਫਿਰ ਮੈਡੀਕਲ ਸਹਾਇਤਾ ਲਈ ਭੇਜਣਾ ਚਾਹੀਦਾ ਹੈ, ਠੀਕ ਹੈ ਜੀ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਆਪਸ਼ਨ ਨੰਬਰ ਸੀ, ਠੀਕ ਹੈ ਜੀ। ਉਸਦੀ ਤਰਜੀਹ ਨੂੰ ਸਹਿਮਤੀ ਦੇਣੀ ਚਾਹੀਦੀ ਹੈ, ਯਾਨੀ ਕਿ ਜਿਸ ਵੀ ਹੈਂਡ ਦੇ ਨਾਲ ਲਿਖਣ ਦੇ ਵਿੱਚ ਉਹ ਕੰਫਰਟੇਬਲ ਹੈਗਾ ਹੈ ਉਸ ਦੇ ਨਾਲ ਉਹ ਲਿਖ ਸਕਦਾ ਹੈ, ਠੀਕ ਹੈ ਜੀ। ਸੋ ਆਪਾਂ ਉਹਨੂੰ ਇਹ ਨਹੀਂ ਕਹਿਣਾ ਹੈਗਾ ਵੀ ਤੂੰ ਖੱਬੇ ਨਾਲ ਲਿਖ ਜਾਂ ਫਿਰ ਸੱਜੇ ਨਾਲ ਲਿਖ, ਬਲਕਿ ਜਿਸ ਵੀ ਹੱਥ ਨਾਲ ਉਹ ਲਿਖਣਾ ਚਾਹੁੰਦਾ ਉਸ ਦੇ ਨਾਲ ਲਿਖ ਸਕਦਾ ਹੈ। 10th ਕੁਐਸਚਨ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣਵਾਨ ਹੋਣਾ ਦਾ ਚਿੰਨ੍ਹ ਨਹੀਂ ਹੈ। ਗੁਣਵਾਨ ਹੋਣਾ ਯਾਨੀ ਕਿ ਜੋ ਗਿਫਟਡ ਹੋਣਾ ਉਸਦਾ ਜੋ ਕਰੈਕਟਰਿਸਟਿਕਸ ਨੇ ਉਹ ਵੀ ਤੁਸੀਂ ਪੜ੍ਹ ਲਿਓ, ਠੀਕ ਹੈ ਜੀ। ਕਰੈਕਟਰਿਸਟਿਕਸ ਆਫ ਗਿਫਟਡ ਚਾਈਲਡ ਉਸ ਦੇ ਨਾਲ ਰਿਲੇਟਡ ਇਹ ਕੁਐਸਚਨ ਹੈ, ਯਾਨੀ ਕਿ ਗੁਣਵਾਨ ਬੱਚੇ ਦੀਆਂ ਵਿਸ਼ੇਸ਼ਤਾਵਾਂ, ਠੀਕ ਹੈ ਜੀ। ਆਪਣੇ ਕੋਲ ਆਪਸ਼ਨਸ ਹੈਗੀਆਂ ਨੇ ਕਿਊਰੀਓਸਿਟੀ, ਕ੍ਰੀਏਟੀਵਿਟੀ, ਹੈ ਨਾ, ਪੰਜਾਬੀ 'ਚ ਉਤਸੁਕਤਾ, ਸਿਰਜਣਾਤਮਕਤਾ, ਕੁਲੀਨ ਨਾਲ ਮਾੜੇ ਸੰਬੰਧ ਜਾਂ ਫਿਰ ਵਾਧੂ ਪੜ੍ਹਾਈ ਦੇ ਵਿੱਚ ਦਿਲਚਸਪੀ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਆਪਸ਼ਨ ਨੰਬਰ ਸੀ। ਇਹ ਗਿਫਟਡ ਬੱਚੇ ਦਾ ਗੁਣ ਜੋ ਵਿਸ਼ੇਸ਼ਤਾ ਉਹ ਨਹੀਂ ਹੈ, ਕਿਉਂਕਿ ਜੋ ਬੱਚੇ ਜਿਹੜੇ ਦੂਜੇ ਬੱਚਿਆਂ ਦੇ ਨਾਲ ਰਿਲੇਸ਼ਨ ਨੇ ਉਹ ਵੀ ਵਧੀਆ ਹੁੰਦੇ ਨੇ। 11th ਕੁਐਸਚਨ ਹੈਗਾ ਬੁੱਧੀ ਦਾ ਸਿੰਗਲ ਫੈਕਟਰ ਸਿਧਾਂਤ ਦਿੱਤਾ ਸੀ। ਸਿੰਗਲ ਫੈਕਟਰ ਥਿਊਰੀ ਇੰਟੈਲੀਜੈਂਸ ਦੀ ਜਿਹੜੀ ਹੈਗੀ ਹੈ ਉਹ ਦਿੱਤੀ ਸੀਗੀ ਅਲਫਰਡ ਪੀਨੇ ਨੇ, ਯਾਦ ਰੱਖਣਾ ਤੁਸੀਂ। ਬੁੱਧੀ ਦਾ ਸਿੰਗਲ ਫੈਕਟਰ ਸਿਧਾਂਤ ਜਿਹੜਾ ਅਲਫਰਡ ਪੀਨੇ ਨੇ ਦਿੱਤਾ ਸੀਗਾ। 12th ਕੁਐਸਚਨ ਹੈਗਾ ਬਹੁਭਾਸ਼ੀ ਬੁੱਧੀ ਦੇ ਸਿਧਾਂਤ ਦਾ ਪਿਤਾਮਾ ਕੌਣ ਹੈ, ਯਾਨੀ ਕਿ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ। ਦੇਖੋ ਜੀ ਇੰਟੈਲੀਜੈਂਸ ਨਾਲ 2 ਕੁਐਸਚਨਸ ਆਪਣੇ ਕੋਲ ਦੇਖਣ ਨੂੰ ਮਿਲ ਗਏ ਨੇ। ਸੋ ਬਹੁਭਾਸ਼ੀ ਬੁੱਧੀ ਦੇ ਸਿਧਾਂਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ, ਗਾਰਡਨਰ ਨੂੰ, ਇਹ ਤੁਸੀਂ ਯਾਦ ਰੱਖਣਾ ਹੈ। 13th ਕੁਐਸਚਨ ਹੈਗਾ ਸਮਾਜਿਕ ਨਿਰਮਾਣਸ਼ੀਲਤਾ ਦੀ ਫਿਲਾਸਫੀ ਤੇ ਕੌਣ ਜ਼ੋਰ ਦਿੰਦਾ ਹੈ। ਸਮਾਜਿਕ ਨਿਰਮਾਣਸ਼ੀਲਤਾ ਯਾਨੀ ਕਿ ਸੋਸ਼ਲ ਕੰਸਟਰਕਟਿਵਿਜ਼ਮ ਦਾ ਮਤਲਬ ਹੈ ਕਿ ਵੀ ਜਿਹੜੇ ਬੱਚੇ ਨੇ ਆਪਣੇ ਸੋਸ਼ਲ ਯਾਨੀ ਕਿ ਸਮਾਜ ਦੇ ਵਿੱਚ ਰਹਿ ਕੇ ਕਾਫੀ ਕੁਝ ਸਿੱਖਦੇ ਨੇ, ਆਪਣੇ ਆਲੇ ਦੁਆਲੇ ਤੋਂ, ਆਪਣੇ ਪੇਰੈਂਟਸ ਤੋਂ, ਆਪਣੇ ਨੇਬਰਸ ਤੋਂ, ਆਪਣੇ ਸਕੂਲ ਤੋਂ, ਠੀਕ ਹੈ ਜੀ। ਹੋਰ ਵੀ ਜਿਹੜੀਆਂ ਵੀ ਸੰਸਥਾਵਾਂ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਨੇ। ਸਮਾਜਿਕ ਨਿਰਮਾਣਸ਼ੀਲਤਾ ਤੇ ਕੌਣ ਸਭ ਤੋਂ ਜ਼ਿਆਦਾ ਜ਼ੋਰ ਦਿੰਦੇ ਨੇ, ਸੋ ਉਹ ਜ਼ੋਰ ਦਿੰਦੇ ਨੇ ਵਾਈਗੋਟਸਕੀ। ਪਿਆਜੇ ਜਿਹੜੇ ਹੈਗੇ ਨੇ ਉਹ ਕੋਗਨੀਟਿਵ ਡਿਵੈਲਪਮੈਂਟ ਯਾਨੀ ਕਿ ਬੌਧਿਕ ਬੁੱਧੀ ਯਾਨੀ ਕਿ ਕੰਸਟਰਕਟਿਵਿਜ਼ਮ ਤੇ ਜ਼ਿਆਦਾ ਜ਼ੋਰ ਦਿੰਦੇ ਨੇ, ਨਿਰਮਾਣਵਾਦ ਦੇ, ਠੀਕ ਹੈ ਜੀ। ਪਰ ਸਮਾਜਿਕ ਸੋਸ਼ਲ ਕੰਸਟਰਕਟਿਵਿਜ਼ਮ ਤੇ ਜ਼ੋਰ ਦਿੰਦੇ ਨੇ ਵਾਈਗੋਟਸਕੀ। 14th ਕੁਐਸਚਨ ਹੈਗਾ ਇੱਕ 12 ਸਾਲ ਦੇ ਬੱਚੇ ਲਈ ਸਮਾਜਿਕ ਵਿਕਾਸ ਦਾ ਸਭ ਤੋਂ ਵਧੀਆ ਸਾਧਨ ਹੈ। 12 ਸਾਲ ਦਾ ਬੱਚਾ ਹੈਗਾ ਹੈ ਉਸ ਦੇ ਲਈ ਸਮਾਜਿਕ ਵਿਕਾਸ ਦੇ ਲਈ ਸਭ ਤੋਂ ਵਧੀਆ ਸਾਧਨ ਕਿਹੜਾ ਹੋਏਗਾ, ਗਵਾਂਢ, ਖੇਡ ਦਾ ਮੈਦਾਨ, ਪਰਿਵਾਰ ਜਾਂ ਫਿਰ ਸਕੂਲ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਖੇਡ ਦਾ ਮੈਦਾਨ, ਬਿਕੋਜ਼ 12 ਸਾਲ ਦੇ ਬੱਚੇ ਤੁਸੀਂ ਦੇਖੋਗੇ ਜ਼ਿਆਦਾਤਰ ਤੁਹਾਨੂੰ ਖੇਡ ਦੇ ਮੈਦਾਨ ਦੇ ਵਿੱਚ ਹੀ ਮਿਲਣਗੇ। ਖੇਡਣ ਦੇ ਵਿੱਚ ਜਿਹੜੇ ਹੈਗੇ ਨੇ ਉਹ ਜ਼ਿਆਦਾ ਰੁਚੀ ਲੈਂਦੇ ਨੇ, ਅਤੇ ਖੇਡਾਂ ਦੇ ਵਿੱਚ ਹੀ ਉਹ ਕੀ ਬਹੁਤ ਕੁਝ ਸਿੱਖ ਸਕਦੇ ਨੇ ਆਪਣੇ ਪੀਅਰਸ ਤੋਂ, ਆਪਣੇ ਜੋ ਨਾਲ ਵਾਲੇ ਸਾਥੀ ਨੇ ਉਹਨਾਂ ਤੋਂ ਕਾਫੀ ਕੁਝ ਜਿਹੜਾ ਸਿੱਖ ਸਕਦੇ ਨੇ। 15th ਕੁਐਸਚਨ ਹੈਗਾ ਵੱਖ-ਵੱਖ ਬੁੱਧੀ ਅੰਕ ਪੱਧਰਾਂ ਦਾ ਸੰਕੇਤ ਦੇਣ ਵਾਲੇ
ਹੇਠ ਲਿਖੇ ਗਰੁੱਪਾਂ ਵਿੱਚੋਂ ਵਿਦਿਆਰਥੀਆਂ ਦਾ ਐਜੂਕੇਬਲ ਗਰੁੱਪ ਸੁਣੋ। ਐਜੂਕੇਬਲ ਗਰੁੱਪ ਦਾ ਮਤਲਬ ਹੈਗਾ ਹੈ ਵੀ IQ ਲੈਵਲਸ ਅਲੱਗ-ਅਲੱਗ, ਤੁਸੀਂ ਇੱਕ IQ ਦਾ ਟੇਬਲ ਵੀ ਹੈਗਾ, ਉਸਨੂੰ ਯਾਦ ਕਰ ਲਿਓ, ਠੀਕ ਹੈ ਜੀ। ਹੁਣ ਆਪਾਂ ਨੇ ਇਹਨਾਂ 'ਚੋਂ ਦੱਸਣਾ ਹੈ ਵੀ ਕਿਸ ਗਰੁੱਪ ਨੂੰ ਐਜੂਕੇਟ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਐਜੂਕੇਬਲ ਗਰੁੱਪ, ਸੋ 50 ਤੋਂ ਥੱਲੇ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਐਜੂਕੇਟ ਨਹੀਂ ਕੀਤਾ ਜਾ ਸਕਦਾ ਹੈਗਾ ਆ, ਕਿਉਂਕਿ ਉਹ ਦਿਮਾਗੀ ਤੌਰ 'ਤੇ ਜਿਹੜੇ ਨੇ ਕਾਫੀ ਪਿੱਛੇ ਹੁੰਦੇ ਨੇ, ਉਹ ਸਿੱਖ ਨਹੀਂ ਸਕਦੇ ਕਿਸੇ ਖਾਸ ਤਰੀਕੇ ਦੀ, ਜਿਹੜੀ ਆਪਾਂ ਜੋ ਨੋਰਮਲ ਚਾਈਲਡ ਪੜ੍ਹਦੇ ਨੇ ਪੜ੍ਹਾਈ, ਉਹ ਨਹੀਂ ਉਹਨਾਂ ਨੂੰ ਕਰਵਾਈ ਜਾ ਸਕਦੀ, ਠੀਕ ਹੈ ਜੀ। ਸੋ ਉਹਨਾਂ ਦੇ ਲਈ ਅਲੱਗ ਸਹੂਲਤਾਂ ਨੇ, ਉਹਨਾਂ ਦੇ ਅਲੱਗ ਟੀਚਰਸ ਹੁੰਦੇ ਨੇ ਜੋ ਉਹਨਾਂ ਨੂੰ ਕੋਈ ਕੁਝ ਹੋਰ ਚੀਜ਼ਾਂ ਜਿਹੜੀਆਂ ਨੇ ਸਿਖਾਉਂਦੇ ਨੇ, ਠੀਕ ਹੈ ਜੀ। ਉਹਨਾਂ ਦਾ ਅਲੱਗ ਕਰੀਕੁਲਮ ਹੁੰਦਾ ਹੈ। ਨੈਕਸਟ ਕੁਐਸਚਨ ਹੈਗਾ 16th, ਬੁੱਧੀ ਅੰਕ ਸਕੋਰ ਅਕਾਦਮਿਕ ਕਾਰਗੁਜ਼ਾਰੀ ਨਾਲ ਆਮ ਤੌਰ 'ਤੇ ਸੰਬੰਧਿਤ ਹੁੰਦੇ ਹਨ। IQ ਯਾਨੀ ਕਿ ਇੰਟੈਲੀਜੈਂਸ ਕੁਐਸਚਨ, ਠੀਕ ਹੈ ਜੀ। IQ ਜਿਹੜਾ ਬੁੱਧੀ ਅੰਕ ਸਕੋਰ ਹੈਗਾ ਹੈ, ਉਹ ਅਕਾਦਮਿਕ ਯਾਨੀ ਕਿ ਜੋ ਬੱਚਿਆਂ ਦੀ ਪੜ੍ਹਾਈ ਦੇ ਨਾਲ ਰਿਲੇਟਡ ਹੈ ਜਾਂ ਨਹੀਂ ਹੈ, ਘੱਟ ਤੋਂ ਘੱਟ ਹੈ, ਪੂਰਨ ਤੌਰ 'ਤੇ ਹੈ, ਉਚੇਰੇ ਤੌਰ 'ਤੇ, ਜਾਂ ਫਿਰ ਸੀਮਿਤ ਤੌਰ 'ਤੇ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਉਚੇਰੇ ਤੌਰ 'ਤੇ। ਬੁੱਧੀ ਅੰਕ ਜਿਹੜੇ ਨੇ ਉਹ ਅਕਾਦਮਿਕ ਕਾਰਗੁਜ਼ਾਰੀ ਦੇ ਵਿੱਚ ਕਾਫੀ ਜ਼ਿਆਦਾ ਪ੍ਰੈਫਰੇਬਲ ਨੇ, ਜ਼ਿਆਦਾ ਕੋਰਿਲੇਟ ਕਰਦੇ ਨੇ, ਬਿਕੋਜ਼ ਜਿੰਨਾ ਜ਼ਿਆਦਾ ਬੁੱਧੀ ਅੰਕ ਹੁੰਦਾ ਹੈਗਾ ਉਨਾ ਹੀ ਬੱਚਾ ਜਿਹੜਾ ਹੈਗਾ ਹੈ ਉਹ ਵਧੀਆ ਸਿੱਖਦਾ ਹੈ। ਗਿਫਟਡ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਬੁੱਧੀ ਅੰਕ ਜ਼ਿਆਦਾ ਹੁੰਦਾ, ਨਾਰਮਲ ਚਾਈਲਡ ਦਾ ਥੋੜ੍ਹਾ ਨਾਰਮਲ ਹੁੰਦਾ ਹੈ, ਠੀਕ ਹੈ ਜੀ। ਬਟ ਇਸ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਬੁੱਧੀ ਅੰਕ ਦੇ ਆਧਾਰ 'ਤੇ ਬੱਚਿਆਂ ਦੇ ਵਿੱਚ ਫਰਕ ਕਰਨਾ ਹੈ, ਬੱਚਾ ਸਾਰੇ ਹੀ ਬੱਚਿਆਂ ਨੂੰ ਜਿਹੜਾ ਹੈਗਾ ਇਹ ਬਰਾਬਰ ਸਮਝ ਰਿਹਾ ਹੈ। 17th ਕੁਐਸਚਨ ਹੈਗਾ ਹੈ, ਬੱਚਿਆਂ ਦਾ ਸੁਭਾਅ ਕਿਸ ਤਰ੍ਹਾਂ ਹੁੰਦਾ ਹੈ। ਬੱਚਿਆਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਹੁੰਦਾ ਹੈ ਇਮੀਟੇਟਿਵ, ਯਾਨੀ ਕਿ ਅਨੁਕਰਨੀ। ਜਿਹੜੇ ਬੱਚੇ ਨੇ ਉਹ ਦੂਜਿਆਂ ਦੀ ਨਕਲ ਕਰਕੇ ਹੀ ਸਿੱਖਦੇ ਨੇ, ਠੀਕ ਹੈ ਜੀ। ਆਪਣੇ ਆਲੇ ਦੁਆਲੇ ਦੀ ਨਕਲ ਕਰਦੇ ਨੇ, ਜਦੋਂ ਬੱਚਾ ਛੋਟਾ ਹੁੰਦਾ ਉਸ ਟਾਈਮ 'ਤੇ ਜਿਹੜਾ ਹੈਗਾ ਆਪਣੇ ਆਲੇ ਦੁਆਲੇ ਬੋਲੀ ਯਾਨੀ ਕਿ ਭਾਸ਼ਾ ਨੂੰ ਸੁਣਦਾ ਹੈ ਅਤੇ ਉਸੇ ਤਰੀਕੇ ਦੇ ਨਾਲ ਹੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ। ਸੋ ਬੱਚਿਆਂ ਦਾ ਜਿਹੜਾ ਸੁਭਾਅ ਹੁੰਦਾ ਉਹ ਕੀ ਹੁੰਦਾ, ਇਮੀਟੇਟਿਵ ਹੁੰਦਾ, ਯਾਨੀ ਕਿ ਅਨੁਕਰਨੀ ਹੁੰਦਾ, ਨਕਲ ਵਾਲਾ ਹੁੰਦਾ। 18th ਕੁਐਸਚਨ ਹੈਗਾ ਬਹੁਭਾਸ਼ੀ ਬੁੱਧੀ ਦਾ ਸਿਧਾਂਤ ਦਾ ਅਰਥ ਹੇਠ ਲਿਖੇ ਅਨੁਸਾਰ ਹੈ। ਯਾਨੀ ਕਿ ਜੋ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਸੀਗੀ, ਜੋ ਗਾਰਡਨਰ ਨੇ ਦਿੱਤੀ ਸੀਗੀ ਬਹੁਭਾਸ਼ੀ ਬੁੱਧੀ ਦਾ ਸਿਧਾਂਤ, ਉਸਦਾ ਅਰਥ ਕੀ ਹੈਗਾ ਹੈ ਉਹ ਆਪਾਂ ਨੇ ਦੱਸਣਾ ਹੈਗਾ। ਉਸ ਥਿਊਰੀ ਦੇ ਵਿੱਚ ਕੀ ਕਿਹਾ ਗਿਆ ਹੈ। ਬੁੱਧੀ ਇੱਕ ਵਿਅਕਤੀ ਦੁਆਰਾ ਸਮੱਸਿਆ ਹੱਲ ਕਰਨ ਲਈ ਵਰਤੇ ਜਾਂਦੇ ਪ੍ਰੋਸੈਸਿੰਗ ਕਾਰਜਾਂ ਦਾ ਇੱਕ ਨਿਵੇਕਲਾ ਸੈੱਟ ਹੈ, ਇਹ ਗੱਲ ਕਹੀ ਹੈ ਗਾਰਡਨਰ ਨੇ। ਜਾਂ ਫਿਰ ਅਨੁਸ਼ਾਸਨ ਕਈ ਤਰੀਕਿਆਂ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜਾਂ ਫਿਰ ਸਿੱਖਿਆ ਦਾ ਕਈ ਸਾਧਨਾਂ ਦੁਆਰਾ ਮੁਲਾਂਕਣ ਕੀਤਾ ਜਾ ਸਕਦਾ ਹੈ, ਜਾਂ ਫਿਰ ਭਾਵਨਾਤਮਕ ਬੁੱਧੀ ਅੰਕ ਨਾਲ ਸੰਬੰਧਿਤ ਨਹੀਂ ਹੈ। ਸੋ ਰਾਈਟ ਆਪਸ਼ਨ ਹੋ ਜਾਏਗੀ ਆਪਸ਼ਨ ਡੀ। ਬਹੁਭਾਸ਼ੀ ਬੁੱਧੀ ਦਾ ਸਿਧਾਂਤ ਦਾ ਅਰਥ ਇਸ ਪ੍ਰਕਾਰ ਹੈ ਵੀ ਜਿਹੜੀ ਭਾਵਨਾਤਮਕ ਬੁੱਧੀ ਹੈ, ਭਾਵਨਾਤਮਕ ਬੁੱਧੀ ਦਾ ਮਤਲਬ ਹੁੰਦਾ ਹੈ ਇਮੋਸ਼ਨਲ ਇੰਟੈਲੀਜੈਂਸ। ਜਿਹੜੇ ਸਾਡੇ ਅੰਦਰ ਇਮੋਸ਼ਨਸ ਨੇ, ਹੈ ਨਾ, ਡਰ ਦਾ ਇਮੋਸ਼ਨ ਹੋ ਗਿਆ, ਖੁਸ਼ੀ ਦਾ, ਗਮੀ ਦਾ, ਇਹ ਸਾਰੇ ਇਮੋਸ਼ਨਲ ਇੰਟੈਲੀਜੈਂਸ ਬੇਸਿਕਲੀ ਹੁੰਦਾ ਵੀ ਅਸੀਂ ਜਿਹੜੀ ਵੀ ਸਿਚੁਏਸ਼ਨ ਸਾਡੇ ਸਾਹਮਣੇ ਆ ਰਹੀ ਹੈ ਉਸਨੂੰ ਅਸੀਂ ਕਿਸ ਤਰੀਕੇ ਦੇ ਨਾਲ ਡੀਲ ਕਰਦੇ ਹਾਂ, ਠੀਕ ਹੈ ਜੀ। ਉਸ ਸਿਚੁਏਸ਼ਨਸ ਤੋਂ ਬਚਦੇ ਹਾਂ ਜਾਂ ਫਿਰ ਉਹਦਾ ਡਟ ਕੇ ਸਾਹਮਣਾ ਕਰਦੇ ਹਾਂ। ਕੋਈ ਵੀ ਐਸੀ ਸਿਚੁਏਸ਼ਨ ਆ ਜਾਂਦੀ ਹੈ ਉਸਨੂੰ ਅਸੀਂ ਕਿਵੇਂ ਡੀਲ ਕਰਦੇ ਹਾਂ, ਉਹ ਹੈਗੀ ਹੈ ਭਾਵਨਾਤਮਕ ਬੁੱਧੀ। 19th ਕੁਐਸਚਨ ਹੈਗਾ ਕਿਸ਼ੋਰਾਂ ਨੂੰ ਤਜਰਬਾ ਹੋ ਸਕਦਾ ਹੈ। ਕਿਸ਼ੋਰਾਂ ਨੂੰ ਤਜਰਬਾ ਹੋ ਸਕਦਾ ਹੈ ਸਵੈ ਸੱਚਾਈ ਦੀ ਭਾਵਨਾ ਦਾ, ਜ਼ਿੰਦਗੀ ਬਾਰੇ ਤ੍ਰਿਪਤੀ ਦੀ ਭਾਵਨਾ, ਉਹਨਾਂ ਨੂੰ ਆਪਣੇ ਆਪ ਬਾਰੇ ਚਿੰਤਾ ਅਤੇ ਸੰਬੰਧ, ਬਾਲ ਅਵਸਥਾ ਵਿੱਚ ਕੀਤੇ ਪਾਪਾਂ ਦਾ ਡਰ। ਸੋ ਰਾਈਟ ਆਪਸ਼ਨ ਹੈਗੀ ਹੈ ਸਵੈ ਸੱਚਾਈ ਦੀ ਭਾਵਨਾ, ਯਾਨੀ ਕਿ ਫੀਲਿੰਗ ਆਫ ਸੈਲਫ ਐਕਚੁਅਲਾਈਜੇਸ਼ਨ। 10 ਕੁਐਸਚਨਸ ਹੋਰ ਹੈਗੇ ਨੇ। ਚਿੰਤਨ ਦਾ ਮਾਲ ਕੱਚਾ ਮਾਲ ਹੈ। ਚਿੰਤਨ ਯਾਨੀ ਕਿ ਜੋ ਥਿੰਕਿੰਗ ਹੈ, ਆਪਾਂ ਕੁਝ ਵੀ ਸੋਚਦੇ ਹਾਂ, ਕੁਝ ਵੀ ਥਿੰਕ ਕਰਦੇ ਹਾਂ। ਸਪੋਜ਼ ਮੈਂ ਤੁਹਾਨੂੰ ਇੱਕ ਵਰਡ ਬੋਲਿਆ ਕੁਰਸੀ, ਤਾਂ ਤੁਹਾਡੇ ਦਿਮਾਗ ਦੇ ਵਿੱਚ ਚੇਅਰ ਦੀ ਇੱਕ ਪਿਕਚਰ ਬਣ ਗਈ ਹੋਏਗੀ, ਰਾਈਟ। ਸੋ ਉਹ ਬੇਸਿਕਲੀ ਕੀ ਹੈ, ਚੇਅਰ ਕੀ ਹੈਗੀ, ਉਹ ਹੈਗੀ ਇੱਕ ਸਿੰਬਲ। ਯਾਨੀ ਕਿ ਕੋਈ ਵੀ ਵਰਡ ਬੋਲਿਆ ਜਾਂਦਾ ਹੈ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਬਣ ਜਾਂਦਾ ਹੈ, ਇੱਕ ਸਿੰਬਲ ਬਣ ਜਾਂਦਾ ਹੈ। ਸੋ ਇਸੇ ਕਰਕੇ ਦਾ ਰੋ ਮਟੀਰੀਅਲ ਆਫ ਥਿੰਕਿੰਗ ਇਜ਼ ਸਿੰਬਲ। ਨੈਕਸਟ ਕੁਐਸਚਨ ਹੈ ਵੰਸ਼ ਦੀ ਇਕਾਈ ਕੀ ਹੈ, ਯਾਨੀ ਕਿ ਵਾਟ ਇਜ਼ ਦ ਯੂਨਿਟ ਆਫ ਹੈਰੀਡਿਟੀ। ਹੈਰੀਡਿਟੀ ਬੇਸਿਕਲੀ ਕੀ ਹੁੰਦਾ ਹੈ ਵੀ ਜੋ ਵੀ ਗੁਣ ਹੈਗੇ ਨੇ ਜਿਹੜੇ ਮਾਪਿਆਂ ਤੋਂ ਬੱਚਿਆਂ ਨੂੰ ਮਿਲੇ ਨੇ ਉਹ ਹੈਰੀਡਿਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸੋ ਵੰਸ਼ ਦੀ ਇਕਾਈ ਕੀ ਹੈ, ਵਾਟ ਇਜ਼ ਦ ਯੂਨਿਟ ਆਫ ਹੈਰੀਡਿਟੀ। ਸੋ ਆਪਣੇ ਕੋਲ ਰਾਈਟ ਆਪਸ਼ਨ ਹੈਗੀ ਆ ਜੀਨ, ਯਾਨੀ ਕਿ ਜੀਵਾਣੂ। 20th ਕੁਐਸਚਨ ਹੈਗਾ ਡੈਸ਼ ਮਾਨਸਿਕ ਉਮਰ ਦਾ 100 ਦੁਆਰਾ ਗੁਣਾ ਕੀਤੀ ਕਾਲਕ੍ਰਮਿਕ ਉਮਰ ਦਾ ਅਨੁਪਾਤ ਹੈ। ਇਸ ਦਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 20th ਕੁਐਸਚਨ ਕਰ ਰਹੇ ਹਾਂ ਆਪਾਂ। ਇਸ ਦਾ ਰਾਈਟ ਆਪਸ਼ਨ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਉਹ ਹੈਗਾ ਬੁੱਧੀ ਅੰਕ। ਸੋ ਬੁੱਧੀ ਅੰਕ ਦਾ ਫਾਰਮੂਲਾ ਆਪਣੇ ਕੋਲ ਹੁੰਦਾ ਹੈ, ਯਾਨੀ ਕਿ ਬੁੱਧੀ ਅੰਕ ਇੰਟੈਲੀਜੈਂਸ ਕੁਐਸਚਨ ਹੁੰਦਾ ਹੈ ਮਾਨਸਿਕ ਉਮਰ ਯਾਨੀ ਕਿ ਮੈਂਟਲ ਏਜ, ਦਿਮਾਗੀ ਉਮਰ ਨੂੰ 100 ਨਾਲ ਗੁਣਾ, ਡਿਵਾਈਡ ਬਾਈ ਕਾਲਕ੍ਰਮਿਕ ਉਮਰ ਯਾਨੀ ਕਿ ਜੋ ਆਪਣੀ ਪ੍ਰੈਜ਼ੈਂਟ ਉਮਰ ਹੈਗੀ ਹੈ ਉਸ ਨਾਲ ਡਿਵਾਈਡ। ਇਹ ਹੈਗਾ ਬੁੱਧੀ ਅੰਕ ਨੂੰ ਕੱਢਣ ਦਾ ਫਾਰਮੂਲਾ, ਠੀਕ ਹੈ ਜੀ। ਇਸ ਤਰੀਕੇ ਨਾਲ ਬੁੱਧੀ ਅੰਕ ਨੂੰ ਕੱਢਿਆ ਜਾ ਸਕਦਾ ਹੈ। ਨੋਟ ਡਾਊਨ ਕਰ ਲਓ, ਯਾਦ ਕਰ ਲਓ, ਇੰਪੋਰਟੈਂਟ ਹੈ। 20th ਕੁਐਸਚਨ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਖਿਆ ਦੀ ਇੱਕ ਉਪਜ ਨਹੀਂ ਹੈ, ਯਾਨੀ ਕਿ ਲਰਨਿੰਗ ਦੀ ਉਪਜ ਨਹੀਂ ਹੈ। ਹੁਨਰ, ਗਿਆਨ, ਪਰਿਪੱਕਤਾ, ਸਰੀਰਕ ਬਣਤਰ।
ਠੀਕ ਹੈ ਜੀ। ਇਸ ਦੇ ਵਿੱਚ ਰਾਈਟ ਆਪਸ਼ਨ ਆਪਣੇ ਕੋਲ ਹੈਗੀ ਹੈ ਪਰਿਪੱਕਤਾ, ਠੀਕ ਹੈ ਜੀ, ਸਿੱਖਿਆ ਦੀ ਉਪਜ ਨਹੀਂ ਹੈ। 24th ਕੁਐਸਚਨ ਹੈਗਾ ਯੋਜਨਾ ਤੋਂ ਕੀ ਭਾਵ ਹੈ। ਯੋਜਨਾ ਯਾਨੀ ਕਿ ਸਕੀਮ, ਸਕੀਮ ਤੋਂ ਕੀ ਮਤਲਬ ਹੁੰਦਾ ਹੈ। ਚੈਕਿੰਗ ਬਣਤਰ, ਤਕਨੀਕ ਸਿੱਖਣਾ, ਦੀਰਘਕਾਲੀਨ ਯਾਦਾਸ਼ਤ ਵਿੱਚ ਸਟੋਰ ਕੀਤੇ ਸੂਚਨਾ ਦੇ ਸੰਗਠਿਤ ਪੈਕਟ, ਜਾਂ ਫਿਰ ਡਿਫੈਂਸ ਮੈਕੈਨਿਜ਼ਮ ਯਾਨੀ ਕਿ ਸੁਰੱਖਿਆ ਬਣਤਰ। ਸੋ ਆਪਣੇ ਕੋਲ ਰਾਈਟ ਆਪਸ਼ਨ ਹੈਗੀ ਹੈ ਆਪਸ਼ਨ ਸੀ, ਦੀਰਘਕਾਲੀਨ ਯਾਦਾਸ਼ਤ ਵਿੱਚ ਸਟੋਰ ਕੀਤੇ ਸੂਚਨਾ ਦੇ ਸੰਗਠਿਤ ਪੈਕਟ। ਇਹ ਹੈਗੀ ਹੈ ਯੋਜਨਾ। ਇੱਕ ਭਾਸ਼ਾ ਵਿੱਚ ਅਰਥ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਰੂਪੀਮ, ਠੀਕ ਹੈ ਜੀ। ਅਰਥ ਦੀ ਸਭ ਤੋਂ ਛੋਟੀ ਇਕਾਈ ਕੀ ਹੈਗੀ ਹੈ, ਰੂਪੀਮ। 26th ਹੈਗਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਬੱਚਾ ਸਵੈ ਕੇਂਦਰਿਤ ਦਿਖਾਈ ਦਿੰਦਾ ਹੈ, ਯਾਨੀ ਕਿ ਸੈਲਫ ਸੈਂਟਰਡ ਦਿਖਾਈ ਦਿੰਦਾ ਹੈ। ਸੈਲਫ ਸੈਂਟਰਡ ਉਹੀ ਸੇਮ ਚੀਜ਼ ਹੋਗੀ ਜੋ ਆਪਾਂ ਫਸਟ ਸੈਕਿੰਡ ਕੁਐਸਚਨ 'ਚ ਕੀਤਾ ਸੀਗਾ, ਈਗੋ ਸੈਂਟਰਿਕ ਵਾਲਾ ਕਨਸੈਪਟ, ਸੇਮ ਉਹੀ ਚੀਜ਼ ਹੋਗੀ ਸਵੈ ਕੇਂਦਰਿਤ ਵੀ। ਸੋ ਬੱਚਾ ਸਵੈ ਕੇਂਦਰਿਤ ਹੁੰਦਾ ਹੈ ਅਰਲੀ ਚਾਈਲਡਹੁੱਡ ਦੀ ਸਟੇਜ ਦੇ ਵਿੱਚ, ਯਾਨੀ ਕਿ 2 ਤੋਂ 7 ਸਾਲ ਦੀ ਉਮਰ ਦੇ ਵਿੱਚ, ਠੀਕ ਹੈ ਜੀ। ਇਹ ਟॉय ਏਜ ਵੀ ਹੁੰਦੀ ਹੈ। 27th ਕੁਐਸਚਨ ਹੈਗਾ ਇੱਕ ਪ੍ਰਭਾਵਸ਼ੀਲ ਅਧਿਆਪਕ ਦਾ ਸਭ ਤੋਂ ਮਹੱਤਵਪੂਰਨ ਗੁਣ ਹੈ। ਪੜ੍ਹਾਏ ਜਾਣ ਵਾਲੇ ਵਿਸ਼ੇ ਬਾਰੇ ਡੂੰਘਾ ਗਿਆਨ, ਵਿਦਿਆਰਥੀਆਂ ਨਾਲ ਚੰਗਾ ਸੰਪਰਕ, ਇੱਕ ਸਖਤ ਅਨੁਸ਼ਾਸਨ ਪੱਖੀ, ਇੱਕ ਚੰਗਾ ਪ੍ਰੇਰਕ। ਸੋ ਇਹ ਸਾਰੇ ਹੀ ਬੇਸਿਕਲੀ ਇੱਕ ਟੀਚਰ ਦੇ ਗੁਣ ਹੈਗੇ ਨੇ, ਬਟ ਇਹਨਾਂ ਨੇ ਕੁਐਸਚਨ 'ਚ ਪੁੱਛਿਆ ਸਭ ਤੋਂ ਮਹੱਤਵਪੂਰਨ ਗੁਣ। ਸਭ ਤੋਂ ਮਹੱਤਵਪੂਰਨ ਗੁਣ ਟੀਚਰ ਦਾ ਹੈਗਾ ਇੱਕ ਚੰਗਾ ਪ੍ਰੇਰਕ, ਜਿਹੜਾ ਕਿ ਬੱਚੇ ਨੂੰ ਸਿੱਖਣ ਦੇ ਲਈ ਪ੍ਰੇਰਕ ਕਰੇ, ਯਾਨੀ ਕਿ ਮੋਟੀਵੇਟ ਕਰੇ। ਉਹ ਕੀ ਇੱਕ ਪ੍ਰਭਾਵਸ਼ਾਲੀ ਅਧਿਆਪਕ ਦਾ ਸਭ ਤੋਂ ਮਹੱਤਵਪੂਰਨ ਗੁਣ ਹੈ। 28th ਕੁਐਸਚਨ ਹੈ ਵਿਦਿਅਕ ਕਾਰਜ ਖੇਤਰ ਵਿੱਚ ਰੂਪਾਂਤਮਿਕ ਮੁਲਾਂਕਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤਰ ਨਹੀਂ ਹੈ। ਗੱਲਬਾਤ, ਹੁਨਰ, ਪ੍ਰੋਜੈਕਟ, ਬਹੁਭਾਸ਼ੀ ਚੋਣ ਪ੍ਰਸ਼ਨ, ਜਾਂ ਫਿਰ ਜ਼ਬਾਨੀ ਪ੍ਰਸ਼ਨ। ਫਾਰਮੈਟਿਵ ਅਸੈਸਮੈਂਟ, ਫਾਰਮੈਟਿਵ ਅਸੈਸਮੈਂਟ ਯਾਨੀ ਕਿ ਰੂਪਾਂਤਮਿਕ ਮੁਲਾਂਕਣ ਬੇਸਿਕਲੀ ਕੀ ਹੁੰਦਾ, ਜਿਹੜੇ ਕਿ ਆਪਣੇ ਯੂਨਿਟ ਟੈਸਟ ਹੁੰਦੇ ਨੇ, ਠੀਕ ਹੈ ਜੀ। ਸੋ ਇਹਨਾਂ ਚੋਂ ਕਿਹੜਾ ਯੰਤਰ ਨਹੀਂ ਹੈ ਉਹ ਆਪਾਂ ਨੇ ਦੱਸਣਾ ਹੈ। ਸੋ ਇਹਨਾਂ ਚੋਂ ਪ੍ਰੋਜੈਕਟ ਜਿਹੜਾ ਹੈਗਾ ਹੈ ਫਾਰਮੇਟਿਵ ਅਸੈਸਮੈਂਟ ਦਾ ਹਿੱਸਾ ਨਹੀਂ ਹੈ, ਟੂਲ ਨਹੀਂ ਹੈ। ਬਾਕੀ ਕਨਵਰਸੇਸ਼ਨ ਸਕਿੱਲਸ, ਮਲਟੀਪਲ ਚੋਇਸ ਕੁਐਸਚਨਸ ਤੇ ਓਰਲ ਕੁਐਸਚਨਸ ਹੈਗੇ ਨੇ। ਲਾਸਟ 2 ਕੁਐਸਚਨ ਹੈਗੇ ਕਿਸ ਕਿਸਮ ਦਾ ਮੁਲਾਂਕਣ ਵਿਦਿਆਰਥੀਆਂ ਦੀ ਸਿੱਖਣ ਕਮੀਆਂ ਤੇ ਮੁਸ਼ਕਿਲਾਂ ਦੀ ਪਛਾਣ ਕਰਦਾ ਹੈ। ਸੋ ਆਪਾਂ ਨੇ ਦੱਸਣਾ ਹੈ ਕਿਸ ਤਰੀਕੇ ਦਾ ਮੁਲਾਂਕਣ ਜਿਹੜਾ ਬੱਚੇ ਦੀਆਂ ਕਮੀਆਂ ਨੇ ਤੇ ਮੁਸ਼ਕਿਲਾਂ ਨੇ ਉਹਨਾਂ ਨੂੰ ਲੱਭਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਪਲੇਸਮੈਂਟ, ਯੋਗਾਤਮਿਕ, ਨਿਰੰਤਰ, ਜਾਂ ਫਿਰ ਤਕਸ਼ੀਸ਼। ਸੋ ਰਾਈਟ ਆਪਸ਼ਨ ਹੈ ਤਕਸ਼ੀਸ਼, ਯਾਨੀ ਕਿ ਡਾਇਗਨੋਸਟਿਕ, ਇੰਗਲਿਸ਼ ਕਹਿੰਦੇ ਨੇ ਡਾਇਗਨੋਸਟਿਕ, ਠੀਕ ਹੈ ਜੀ। 30th ਕੁਐਸਚਨ ਹੈਗਾ ਵਧੀਆ ਗਤੀ ਵਾਹਕ ਗਤੀ ਦੇ ਸੰਬੰਧ ਵਿੱਚ ਕਿਹੜਾ ਇੱਕ ਬਾਕੀ ਤਿੰਨਾਂ ਨਾਲੋਂ ਵੱਖਰਾ ਹੈ। ਗਤੀ ਯਾਨੀ ਕਿ ਫਾਈਨ ਮੋਟਰ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੇ ਨਾਲੋਂ ਡਿਫਰੈਂਟ ਹੈ। ਵਿਚ ਇਜ਼ ਡਿਫਰੈਂਟ ਫਰੋਮ ਅਦਰ 3 ਵਿਦ ਰਿਸਪੈਕਟ ਟੂ ਫਾਈਨ ਮੋਟਰ ਮੂਵਮੈਂਟਸ। ਡਾਟ ਜੁਆਇਨਿੰਗ, ਜਾਂ ਫਿਰ ਡਿਕਟੇਸ਼ਨ, ਹੈਂਡ ਰਾਈਟਿੰਗ, ਜਾਂ ਫਿਰ ਸੈਪਰੇਸ਼ਨ ਆਫ ਫਰੂਟਸ ਐਂਡ ਵੈਜੀਟੇਬਲਸ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚੋਂ ਡਿਫਰੈਂਟ ਹੈਗਾ ਹੈ ਫਲਾਂ ਅਤੇ ਸਬਜ਼ੀਆਂ ਦੀ ਅਲਹਿਦਗੀ। ਫਾਈਨ ਮੋਟਰ ਸਕਿੱਲਸ ਬੇਸਿਕਲੀ ਹੁੰਦੀਆਂ ਜਿਹੜੀਆਂ ਕਿ ਆਪਾਂ ਲਾਈਕ ਉਂਗਲਸ ਦਾ ਜਿਹੜੇ ਸਮੋਲ ਮਸਲਸ ਨੂੰ ਯੂਜ਼ ਕਰਕੇ ਲਿਖਣਾ, ਜਿਵੇਂ ਡਾਟ ਜੁਆਇਨਿੰਗ ਕਰਨਾ ਤਾਂ ਫਿੰਗਰਸ ਦੀ ਹੈਲਪ ਨਾਲ ਹੋਏਗਾ, ਡਿਕਟੇਸ਼ਨ ਲਿਖਣੀ ਹੈ ਤਾਂ ਫਿੰਗਰਸ ਦੀ ਹੈਲਪ ਨਾਲ, ਹੱਥ ਦੀ ਲਿਖਾਈ ਉਹ ਵੀ ਜਿਹੜੀ ਕਿ ਫਾਈਨ ਮੋਟਰ ਸਕਿੱਲਸ ਹੁੰਦੀ, ਬਟ ਫਲਾਂ ਅਤੇ ਸਬਜ਼ੀਆਂ ਨੂੰ ਸੈਪਰੇਟ ਕਰਨਾ ਇਹ ਥੋੜ੍ਹਾ ਡਿਫਰੈਂਟ ਹੈ। ਸੋ ਇਹ ਸੀਗੇ ਆਪਣੇ CDP ਦੇ 30 ਕੁਐਸਚਨਸ। ਆਈ ਹੋਪ ਤੁਹਾਨੂੰ ਸਮਝ ਆ ਗਏ ਹੋਣਗੇ। ਸੋ ਕੱਲ੍ਹ ਆਪਾਂ CDP ਦਾ ਜਿਹੜਾ ਇਗਜ਼ਾਮ ਹੁਣ ਹੋ ਕੇ ਹਟਿਆ ਪਿੱਛੇ, ਜਿਸ ਦਾ PSET ਰਿਜ਼ਲਟ 24 ਜਨਵਰੀ ਨੂੰ ਆਉਣਾ ਹੈ, ਉਹ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।